जब आते तो उसको परेशान करते हैं बच्चे उसके, तो उसको कहते हैं अपना वो कलिमा पढ़ो, या उसको तंग करते हैं, पत्थर मारते हैं। हम लोग जब सुबह सुबह गुरुद्वारे जाते हैं तो ऐसे कई लोग रास्ते में मिल जाते हैं, काफिर बोलते या पीछे से पत्थर मार जाते हैं, फिर दौड़ के भाग जाते हैं। ऐसे कई बार होते हैं। हमारे जनानी जो है अगर जो पहचान गया तो उनको भी ऐसे भला भला बोलते हैं। पगड़ी खींच देते हैं कई दफ़ा, कई कहते थे ये क्या मान के रखा हुआ है तुमने, इसकी नीचे क्या है, तो इसलिए ये बहुत परेशान करते हैं हमें। हम ये चाहते हैं कि हम वापस हिंदुस्तान ही जाए, पर वहाँ पे हमें वीज़ा ही नहीं मिलता। सरदार है पहचान जाते हैं तो कभी पीछे से पत्थर मार दिया, कहीं कुछ फेंक दिया, कहीं कुछ भला भला काफिर कहा। ਕਿਸੇ ਸਮੇਂ ਭਾਰਤ ਦਾ ਅਹਿਮ ਹਿੱਸਾ ਰਿਹਾ ਅਫਗਾਨਿਸਤਾਨ ਵਪਾਰ ਦਾ ਇੱਕ ਅਜਿਹਾ ਦਰਵਾਜ਼ਾ ਸੀ ਜੋ ਭਾਰਤ ਨੂੰ ਯੂਰਪ ਤੇ ਅਰਬ ਦੇ ਨਾਲ ਜੋੜਦਾ ਸੀ। ਅਧਿਆਤਮਕ ਪੱਖ ਤੋਂ ਵੀ ਅਫਗਾਨਿਸਤਾਨ ਦੀ ਅਹਿਮ ਭੂਮਿਕਾ ਰਹੀ। ਇਸੇ ਰਸਤੇ ਤੇ ਹੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਤਕਸ਼ਿਲਾ ਦਾ ਨਿਰਮਾਣ ਹੋਇਆ। ਭਾਰਤ ਦੇ ਵਿੱਚ ਜਦੋਂ ਵੀ ਕਿਸੇ ਧਰਮ ਨੇ ਪੈਰ ਪਸਾਰੇ ਤਾਂ ਉਸ ਦਾ ਮੁੱਖ ਕੇਂਦਰ ਕਾਬਲ ਕੰਧਾਰ ਰਿਹਾ। ਵਿਰਾਸਤਨਾਮਾ 'ਚ ਅੱਜ ਗੱਲ ਕਰਾਂਗੇ ਕਿ ਕਿਵੇਂ ਸਿੱਖ ਧਰਮ ਅਫਗਾਨਿਸਤਾਨ ਪਹੁੰਚਿਆ ਤੇ ਉੱਥੇ ਰਹਿ ਰਹੇ ਸਿੱਖਾਂ ਦੀ ਮੌਜੂਦਾ ਹਾਲਤ ਕਿਵੇਂ ਦੀ ਹੈ। ਪ੍ਰਗਟ ਭਈ ਸਗਨੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖੀ ਦੀਆਂ ਜੜ੍ਹਾਂ ਥਾਂ ਥਾਂ ਤੇ ਲਾਈਆਂ ਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਅੱਜ ਵੀ ਗੁਰੂ ਸਾਹਿਬ ਨੂੰ ਕਈ ਨਾਵਾਂ ਦੇ ਨਾਲ ਸਤਿਕਾਰਿਆ ਜਾਂਦਾ ਹੈ। ਪ੍ਰਗਟ ਭਈ ਸਗਨੇ ਅਫਗਾਨਿਸਤਾਨ ਦਾ ਸਿੱਖ ਧਰਮ ਦੇ ਨਾਲ ਬਹੁਤ ਡੂੰਘਾ ਤੇ ਪੁਰਾਣਾ ਸੰਬੰਧ ਰਿਹਾ ਹੈ। ਇਸ ਵਿੱਚ ਕੋਈ ਅਤਕਥਨੀ ਨਹੀਂ ਕਿ ਬੁੱਧ ਧਰਮ ਤੋਂ ਬਾਅਦ ਸਿੱਖ ਧਰਮ ਹੀ ਐਸਾ ਧਰਮ ਸੀ ਜਿਸ ਨੇ ਅਫਗਾਨਿਸਤਾਨ ਤੱਕ ਪੈਰ ਪਸਾਰੇ। ਵਪਾਰਕ ਕੇਂਦਰ ਦਾ ਗੜ੍ਹ ਹੋਣ ਕਾਰਨ ਗੁਰੂ ਕਾਲ ਦੇ ਦੌਰਾਨ ਸਭ ਤੋਂ ਅਮੀਰ ਸੰਗਤ ਕਾਬਲ ਦੀ ਮੰਨੀ ਗਈ ਤੇ ਸਭ ਤੋਂ ਕੀਮਤੀ ਤੋਹਫੇ ਕਾਬਲ ਦੀਆਂ ਸੰਗਤਾਂ ਵੱਲੋਂ ਹੀ ਗੁਰੂ ਦਰਬਾਰ ਵਿੱਚ ਭੇਂਟ ਕੀਤੇ ਜਾਂਦੇ ਰਹੇ। ਸਰਬ ਕਲਾ ਬਣਾਈ ਸਰਬ। ਇਤਿਹਾਸਕ ਹਵਾਲਿਆਂ ਦੇ ਅਨੁਸਾਰ 15ਵੀਂ ਸਦੀ ਦੇ ਸ਼ੁਰੂ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਅਫਗਾਨਿਸਤਾਨ ਦੀ ਯਾਤਰਾ ਕੀਤੀ, ਜਿਸ ਦੌਰਾਨ ਉਹ ਕਾਬੁਲ ਗਏ। ਇਸ ਤੋਂ ਇਲਾਵਾ ਉਹਨਾਂ ਕੰਧਾਰ, ਜਲਾਲਾਬਾਦ ਅਤੇ ਸੁਲਤਾਨਪੁਰ ਵਿੱਚ ਵੀ ਆਪਣੇ ਮੁਬਾਰਕ ਚਰਨ ਪਾਏ। ਗੁਰੂ ਨਾਨਕ ਸਾਹਿਬ ਤੋਂ ਬਾਅਦ 7ਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਹਰਿਰਾਏ ਸਾਹਿਬ ਨੇ ਵੀ ਉਦਾਸੀ ਸਾਧੂ ਭਾਈ ਗੋਂਦਾ ਜੀ ਨੂੰ ਸਿੱਖੀ ਪ੍ਰਚਾਰ ਦੇ ਲਈ ਅਫਗਾਨਿਸਤਾਨ ਭੇਜਿਆ। ਇਸੇ ਤਰ੍ਹਾਂ ਜੇਕਰ ਹਿੰਦੂ ਮਤ ਦੀ ਗੱਲ ਕਰੀਏ ਤਾਂ ਗਜ਼ਨੀ ਤੋਂ ਬਾਅਦ ਹਿੰਦੂ ਸ਼ਾਹੀ ਸ਼ਾਸਕਾਂ ਨੇ ਅਫਗਾਨਿਸਤਾਨ ਤੇ ਰਾਜ ਕੀਤਾ। ਮੁਗਲ ਸਮਰਾਟ ਬਾਬਰ ਵੱਲੋਂ ਕਾਬੁਲ ਤੇ ਕਬਜ਼ਾ ਕਰਨ ਤੋਂ ਬਾਅਦ ਕਾਬੁਲ ਨੂੰ ਹਿੰਦੁਸਤਾਨ ਦਾ ਆਪਣਾ ਬਾਜ਼ਾਰ ਕਹਿ ਕੇ ਸੰਬੋਧਿਤ ਕੀਤਾ ਤੇ ਕਾਬੁਲ ਸੂਬਾ 1738 ਤੱਕ ਹਿੰਦੁਸਤਾਨ ਦੇ ਨਾਲ ਰਿਹਾ। ਅਫਗਾਨ ਸਮਾਜ ਦੌਰਾਨ ਹਿੰਦੂਆਂ ਤੇ ਸਿੱਖਾਂ ਵੱਲੋਂ ਅਫਗਾਨਿਸਤਾਨ 'ਚ ਵਪਾਰ ਕਰਨ ਦੇ ਕਈ ਦਸਤਾਵੇਜ਼ ਰਿਕਾਰਡ ਕੀਤੇ ਗਏ, ਪਰ ਅੱਜ 99% ਹਿੰਦੂਆਂ ਤੇ ਸਿੱਖਾਂ ਨੇ ਅਫਗਾਨਿਸਤਾਨ ਨੂੰ ਛੱਡ ਦਿੱਤਾ। 1970 ਤੱਕ ਇੱਥੇ 3 ਲੱਖ ਦੇ ਕਰੀਬ ਹਿੰਦੂ ਤੇ ਸਿੱਖ ਸਨ। 1983 ਦੇ ਵਿੱਚ ਜਲਾਲਾਬਾਦ ਦੇ ਗੁਰਦੁਆਰਾ ਸਾਹਿਬ 'ਚ ਹੋਏ ਹਮਲੇ ਦੌਰਾਨ 13 ਸਿੱਖ ਤੇ 4 ਅਫਗਾਨੀ ਫੌਜੀਆਂ ਨੂੰ ਮਾਰ ਦਿੱਤਾ ਗਿਆ। 1999 ਵਿੱਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜਲਾਲਾਬਾਦ ਤੇ ਮੁਜਾਹਿਦੀਨਾਂ ਨੇ ਕਾਬੁਲ ਤੇ ਕਬਜ਼ਾ ਕੀਤਾ ਤਾਂ ਅਫਗਾਨੀ ਸਿੱਖਾਂ ਤੇ ਹਿੰਦੂਆਂ ਦੀ ਹਿਜਰਤ ਸ਼ੁਰੂ ਹੋ ਗਈ ਤੇ ਉਹਨਾਂ ਅਫਗਾਨਿਸਤਾਨ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਇਸ ਦਾ ਵੱਡਾ ਕਾਰਨ ਸੀ ਮੁਜਾਹਿਦੀਨਾਂ ਵੱਲੋਂ ਵੱਡੀ ਪੱਧਰ ਤੇ ਜਬਰਨ ਵਸੂਲੀ ਤੇ ਜਾਇਦਾਦਾਂ ਦੀ ਲੁੱਟ-ਖੋਹ। ਸਿੱਖਾਂ ਤੇ ਹਿੰਦੂਆਂ ਦੀ ਸਹੂਲਤ ਲਈ ਅਫਗਾਨ ਸਰਕਾਰ ਨੇ ਆਪ ਗੈਂਗ ਯਾਤਰੀ ਪਾਸਪੋਰਟ ਦੀ ਸਕੀਮ ਦੇ ਨਾਲ
ਵੱਡੀ ਪੱਧਰ ਤੇ ਪਾਸਪੋਰਟ ਜਾਰੀ ਕੀਤੇ, ਜਿਸ ਤਹਿਤ 50,000 ਲੋਕਾਂ ਨੇ ਅਫਗਾਨਿਸਤਾਨ ਨੂੰ ਛੱਡ ਦਿੱਤਾ। ਚੰਗੇ ਕਾਰੋਬਾਰੀ ਤੇ ਧਨਾਢ ਲੋਕਾਂ ਚੋਂ ਹਿੰਦੂ ਸਮਾਜ ਦੇ ਬਹੁਤੇ ਲੋਕ ਜਰਮਨੀ ਚਲੇ ਗਏ, ਜਦਕਿ ਸਿੱਖ ਸਮੁਦਾਇ ਦੇ ਲੋਕ ਭਾਰਤ ਤੋਂ ਇਲਾਵਾ ਯੂਕੇ, ਆਸਟਰੀਆ, ਬੈਲਜੀਅਮ, ਹਾਲੈਂਡ, ਫਰਾਂਸ, ਕੈਨੇਡਾ ਤੇ ਅਮਰੀਕਾ ਜਾ ਵਸੇ। ਪਰ ਜੋ ਲੋਕ ਅਫਗਾਨਿਸਤਾਨ ਵਿੱਚ ਰਹਿ ਗਏ, ਉਹਨਾਂ ਨੂੰ ਅੱਜ ਵੀ ਗੁਰਬਤ ਭਰੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਹੋਣਾ ਪੈ ਰਿਹਾ ਹੈ। हमारे बच्चे स्कूल नहीं जा पाते तो उसको परेशान करते हैं बच्चे उसके, तो उसको कहते हैं अपना वो कलिमा पढ़ो, या उसको तंग करते हैं, पत्थर मारते हैं, इसलिए बच्चे हमारे नहीं जा पाते। हम यहाँ भी नहीं पढ़ाते उसको, तो हम बच्चे स्कूल नहीं जाते। तो हम कहीं जाते हैं। उस दिन मैं एक गली में गया था तो एक ने बोला था, कहता है इस गली में मत आया करो क्योंकि यहाँ सारे मुसलमान रहते हैं, तुम यहाँ मत आया करो। तो मैंने कहा मेरा घर भी यहीं पे है, तो मैं शुरू से यहाँ रहता हूँ। कहता नहीं मत आया करो, आज के बाद अगर आ गया तो मेरे से बुरा कोई नहीं होगा, इसलिए मैं वहाँ अब नहीं जा रहा हूँ। इसी पास में ही है, दूर नहीं है। यहाँ पगड़ी खींच देते हैं कई दफ़ा, कई कह देते हैं ये क्या मान के रखा हुआ है तुमने, इसकी नीचे क्या है, तो इसलिए ये बहुत परेशान करते हैं हमें। स्कूल में आपके बच्चों को आप क्यों स्कूल नहीं भेजते अपने बच्चों को? स्कूल के डर लगता है बच्चों को भी, हम भी डरते हैं कि हमारे बच्चे को कुछ कर ना दे या कोई उठा के ले ना जाए, इसलिए हम बच्चे नहीं भेजते स्कूल। हम चाहते हैं या यही पढ़े या स्कूल तो नहीं भेज पाते, डर जाते हैं। हमारे बच्चे भी डरते हैं बाहर, तो हम बच्चों को नहीं खर्च करने के लिए भी हम बच्चे को नहीं भेजते कि तुम जाओ बाज़ार में अपना खर्च या अपनी चीज़ ले लो, नहीं भेजते। ਅੱਜ ਵੀ ਹਾਲਾਤ ਇਸ ਤਰ੍ਹਾਂ ਦੇ ਨੇ ਕਿ ਮਹਿਲਾਵਾਂ ਨੂੰ ਘਰੋਂ ਬਾਹਰ ਭੇਜਣ ਬਾਰੇ ਸੋਚਿਆ ਵੀ नहीं जा सकता। महिलाएं तो हमारे बाज़ार निकलते ही नहीं है, निकलते हैं तो फिर भी वो कई दुकानदार कई चीज़ मतलब तंग करते हैं, उसको उल्टा सीधा बोल देते हैं, उसको उसकी अगर बोगरे से खींचते हैं, जो बांध के नहीं रखता वो उससे खींचते हैं, तो परेशानी करते हैं। उसका जो अपना बोली बोलते हैं तो उसका मतलब नकल करते हैं, इसलिए उसको नहीं जाते बाज़ार। ਹਾਲਾਤ ਇਸ ਤਰ੍ਹਾਂ ਦੇ ਨੇ ਕਿ ਲੜਕੀਆਂ ਪੜ੍ਹ ਨਹੀਂ ਸਕਦੀਆਂ ਤੇ ਆਪਣੇ ਆਪ ਨੂੰ ਮਹਿਫੂਜ਼ ਨਹੀਂ ਸਮਝਦੀਆਂ। ਕਈ ਮਹਿਲਾਵਾਂ ਦਾ ਤਾਂ ਕਹਿਣਾ ਹੈ ਕਿ ਉਹਨਾਂ ਨੂੰ ਸਾਰਾ ਦਿਨ ਘਰ ਦੇ ਵਿੱਚ ਹੀ ਕੈਦ ਵਾਂਗਰਾ ਕੱਢਣਾ ਪੈਂਦਾ ਹੈ। इधर तो नहीं चाहते, इधर अगर हम जाएंगे ना तो हमें परेशान करते हैं कि हिंदुआन है। यहाँ पे तो हम एक ही मतलब ऐसे हम पढ़ते हैं, हमारे चादरें छींकते हैं, हमें पढ़ने नहीं देते, तो इसलिए हम बैठ नहीं सकते इधर स्कूल में। तो अभी आप क्या चाहते हो? हम वापस ही हिंदुस्तान ही जाए, पर वहाँ पे हमें वीज़ा ही नहीं मिलता। कहते पैसे देने से मिलता है वीज़ा, पर हम दे नहीं सकते पैसे ज़्यादा। आप ये बताओ कि कमकोर यहाँ जो औरतें हैं वो कितनी सुरक्षित हैं? नहीं, इनको ये देश अच्छा नहीं लगता। सबको प्रॉब्लम है, सबको एक न एक प्रॉब्लम ज़रूर है कि यहाँ पे ये देश अच्छा नहीं है, हमें बहुत तंग करते हैं मलेच, सब यही कहते हैं। हमारा तो यही मुश्किल है, मुसलमान छोड़ता नहीं बाज़ार के लिए, जो सब्ज़ी लेने जाना है, हर कुछ लेने की जा रही है तो छोड़ता नहीं, जो जाऊंगी बाज़ार बहुत मुश्किल है। जब बोख पहनती है बोख को भी छींकता है, कभी मुंह भी छिड़ाता है, कभी क्या करते हैं, कभी क्या करते हैं। जब बच्चे स्कूल तो है इधर कुछ काम की नहीं है, हमारे तो काम नहीं आते स्कूल, तो बच्चे स्कूल जाते हैं तो उसको बाल भी खींचता है, कभी मारता है, कभी क्या करता है, कभी क्या करता है, कुछ काम नहीं आएगा यही का स्कूल। तो यही प्रॉब्लम है ना हमारा। तो उधर मकान भी एक में 2 मकान है ना, कुछ काम नहीं आएगी मकान हमारा। तो कहाँ पे है मकान आपका? हमारे चंदर बिहार में है हमारा मकान, वहीं पे मेरे माँ बाप ये सब बहन भाई सब उधर है, तो काम नहीं आएगी, हमारे को वीज़ा नहीं देगा। ये कंधार में यही प्रॉब्लम है ना, जो बच्चे जाते हैं स्कूल तो है इधर, स्कूल को छोड़ता नहीं है, बच्चे को छिड़ाता है, कभी क्या करते हैं, कभी क्या करते हैं। तो यहाँ आप किस तरह से रहते हैं? बाहर के नहीं जाते हैं तो क्या करते रहते हैं सारा दिन? सारे दिन घर में बैठे है, आराम क्या करूँगी, तो कभी टीवी देखने, कभी ऐसे बैठे है, अपने घर के काम करने, कुछ भी नहीं है। बच्चे खेलता रहते हैं सारे दिन, घूमता रहते हैं, तो स्कूल है नहीं, ना ट्यूशन है ना स्कूल है, पढ़ने के लिए कुछ भी नहीं है हमारे पास। ਸੋ ਤਾਲਿਬਾਨ ਆਉਣ ਤੇ ਹਿੰਦੂਆਂ ਤੇ ਸਿੱਖਾਂ ਦਾ ਸ਼ੋਸ਼ਣ ਜਾਰੀ ਰਿਹਾ ਤੇ ਅੱਜ ਵੀ ਬਚੇ ਹੋਏ ਲੋਕ ਤੰਗੀ ਵਾਲੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨੇ।
ਪਿਛਲੇ ਸਮੇਂ ਦੇ ਦੌਰਾਨ ਅਫਗਾਨਿਸਤਾਨ 'ਚ ਵਸ ਰਹੇ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਦੇ ਉੱਪਰ ਹੋ ਰਹੇ ਹਮਲਿਆਂ 'ਚ ਕਾਫੀ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਉਹਨਾਂ ਦੀ ਵਸੋਂ 'ਚ ਵੀ ਗਿਰਾਵਟ ਦਰਜ ਕੀਤੀ ਗਈ। ਅਫਗਾਨਿਸਤਾਨ 'ਚ ਵਸਦੇ ਸਿੱਖ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਬਾਹਰਲੀ ਤਾਕਤਾਂ ਦੀ ਸ਼ਹਿ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਅਫਗਾਨਿਸਤਾਨ 'ਚ ਚੱਲ ਰਹੀ ਜੰਗ ਦਾ ਖਮਿਆਜ਼ਾ ਉੱਥੇ ਵਸੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੀ ਭੁਗਤਣਾ ਪਿਆ। ਸਿੱਖ ਭਾਈਚਾਰੇ ਦੇ ਲੋਕਾਂ ਦਾ ਅਫਗਾਨਿਸਤਾਨ ਦੇ ਵਪਾਰਕ ਖੇਤਰ 'ਚ ਵੀ ਮਹੱਤਵਪੂਰਨ ਯੋਗਦਾਨ ਰਿਹਾ। ਇੱਥੋਂ ਤੱਕ ਸਿੱਖਾਂ ਨੂੰ ਰਾਜਨੀਤੀ 'ਚ ਥਾਂ ਦੇਣ ਦੇ ਮਕਸਦ ਦੇ ਨਾਲ ਅਫਗਾਨ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ ਸੰਸਦ 'ਚ ਇੱਕ ਸੀਟ ਸਿੱਖਾਂ ਲਈ ਰਾਖਵੀਂ ਰੱਖੀ, ਜਿਸ ਤੋਂ ਬਾਅਦ ਨਰਿੰਦਰ ਸਿੰਘ ਖਾਲਸਾ ਪਹਿਲੇ ਸਿੱਖ ਸੰਸਦ ਮੈਂਬਰ ਬਣੇ। ਅਫਗਾਨ ਸਰਕਾਰ ਨੇ ਇਹ ਵੀ ਫੈਸਲਾ ਲਿਆ ਸੀ ਕਿ ਉਹਨਾਂ ਵੱਲੋਂ ਇਤਿਹਾਸਕ ਗੁਰਦੁਆਰਿਆਂ ਦਾ ਪੁਨਰ ਨਿਰਮਾਣ ਕੀਤਾ ਜਾਵੇਗਾ ਤੇ ਇਸ ਕਾਰਜ ਲਈ ਕੌਮੀ ਬਜਟ 'ਚ ਵਿਸ਼ੇਸ਼ ਫੰਡ ਵੀ ਦਿੱਤਾ ਜਾਵੇਗਾ, ਕਿਉਂਕਿ ਜੰਗ ਦੇ ਦੌਰਾਨ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਕਾਫੀ ਭੰਨ-ਤੋੜ ਕੀਤੀ ਗਈ ਸੀ। कंधार के इस गुरुद्वारे का इतिहास सिखों के पहले गुरु गुरु नानक देव जी के बेटे श्रीचंद जी से जुड़ा हुआ है। यहाँ के सिखों का कहना है कि श्रीचंद बरसों पहले यहाँ आए थे और इस जगह को उन्होंने कुछ दिन के लिए अपना ठिकाना बनाया था। लेकिन इस तरफ इस गुरुद्वारा साहिब के लंगर हॉल को देखकर आपको अंदाज़ा हो जाएगा कि यहाँ पर तालिबान के समय में कैसे हालात रहे होंगे। इस पूरे गुरुद्वारा पर तालिबान का कब्ज़ा था। 2001 में जब तालिबान को कंधार से मार भगाया गया तो उसके बाद हिंदुस्तान से ये सिख वापस आए और इन्होंने यहाँ की सरकार से गुहार लगाकर इस गुरुद्वारा साहिब को वापस लिया। इस गुरुद्वारा के बगल में एक मंदिर भी है। आइए अब चलते हैं उस मंदिर में और देखते हैं उसकी हालत। ਜੰਗ ਦੇ ਦੌਰਾਨ ਕੇਵਲ ਗੁਰਦੁਆਰਾ ਸਾਹਿਬਾਨ ਹੀ ਨਹੀਂ ਬਲਕਿ ਹਿੰਦੂ ਧਰਮ ਦੇ ਮੰਦਿਰਾਂ ਦਾ ਵੀ ਬਹੁਤ ਭਾਰੀ ਨੁਕਸਾਨ ਹੋਇਆ। इस मंदिर में एक शिवजी की मूर्ति लगी होती थी, लेकिन तालिबान ने जब यहाँ कब्जा कर लिया तो वो मूर्ति को तोड़ दिया गया और मंदिर की दीवारों पर लगे खूबसूरत पत्थर उखाड़कर वो अपने ही साथ ले गए। गुरुद्वारे के अलावा इस मंदिर ने भी तालिबान के राज में वो बुरे दिन देखे हैं जिसकी छाप अभी भी इस मंदिर पर नजर आती है। शायद ये कंधार का इकलौता मंदिर होगा जो कि बिना किसी भगवान की मूर्ति के अभी भी अपना अस्तित्व बनाए हुए है। ਅੱਜ ਤੋਂ 30-40 ਸਾਲ ਪਹਿਲਾਂ ਅਫਗਾਨਿਸਤਾਨ 'ਚ 2.5 ਲੱਖ ਦੇ ਕਰੀਬ ਸਿੱਖ ਭਾਈਚਾਰੇ ਦੇ ਲੋਕ ਰਹਿੰਦੇ ਸਨ, ਪਰ ਸਿੱਖਾਂ ਤੇ ਹੋ ਰਹੇ ਲਗਾਤਾਰ ਹਮਲਿਆਂ ਦੇ ਵਾਧੇ ਕਾਰਨ ਇੱਥੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ। ਮਈ 2006 'ਚ ਜਿਸ ਵੇਲੇ ABP ਨਿਊਜ਼ ਦੇ ਐਗਜ਼ੀਕਿਊਟਿਵ ਐਡੀਟਰ ਜਗਵਿੰਦਰ ਪਟਿਆਲ ਅਫਗਾਨਿਸਤਾਨ ਗਏ ਸਨ ਤਾਂ ਉੱਥੋਂ ਦੇ ਸਿੱਖਾਂ ਨੇ ਉਹਨਾਂ ਕੋਲ ਆਪਣਾ ਦਰਦ ਬਿਆਨ ਕੀਤਾ ਸੀ। हमारा सिख ब्रादरी जो यहाँ रहता है कंधार में, तो यहाँ थोड़ा बहुत जो ये मुसलमान लोग जो है ना तो थोड़ा बहुत तंग करते हैं। जैसे हमारा बच्चे स्कूल जाते हैं तो अकेला जा नहीं पा सकते, वहाँ पे परेशान करते हैं बच्चे। कोई काफिर बोलता है, कोई कुछ बोलता है, कोई उनका मजाक उड़ाता है। कई बार ऐसा भी होता है कि हम जैसा काबुल सफ़र करते हैं या जैसा हेलमंद सिटी में अपना बिरादरी लोग रहते हैं जाते हैं तो कई बार रास्ते में रोक देते हैं कि आप लोग इंडियन हो, कहाँ से आए हो, कहाँ जाते हो। फिर वो हमारा जो है यहाँ का पहचान पत्र देख लेता है कि आप लोग कौन हो, क्या करते हो, कहाँ से आए हो। ऐसे कई बार ऐसे हादसे हुआ है। किसी को मारा भी गया है यहाँ पे या कोई और ज्यादती हुई हो सिख पे? हाँ, हम मारा है एक बंदे को। एक दफ़ा जब हम रोज़गान से आ रहे थे तो रास्ते में रोक के मारा और जेब में जो पैसे मैसे थे वो सारे लूट के ले गए। तो ऐसे भला भला बोलते हैं लोगों को। तो बस इतना। आप में से कितने लोग यहाँ पर सिख हैं और क्या आप इंडिया में भी जब तालिबान था तो कहाँ रहे? जी, जब यहाँ पे तालिबान शुरू में आया था तो उस टाइम हम यहाँ पर थे। उसके बाद यहाँ से चले गए इंडिया में सन 93 में। तो लगभग वहाँ पे अभी 1 साल 10 महीने हो गए जब मैं वहाँ से वापस आया। वहाँ मैं दिल्ली में रहता था, दिल्ली न्यू दिल्ली 41 चंदर विहार में।
तो अभी भी हमारा भाई जो है वहाँ पर है, वहाँ काम करते हैं, सर्विस करते हैं। तो क्या आप लोगों के बच्चों की यहाँ तालीम नहीं हो रही, परवरिश नहीं हो पा रही है, आप लोग डर के माहौल में रह रहे हैं, आपकी औरतें जैसा कह रहे हैं महफूज नहीं है, हाँ जी, तो क्या चाहते हैं अब आप? जी हम लोग ये चाहते हैं कि हम तो वहाँ हमारा तो काम होता नहीं, क्योंकि सारे गरीब लोग यहाँ पे रहते हैं। तो हम ये चाहते हैं कि जब हम हमारे फैमिली जो इंडिया जाते हैं तो उनको स्टे वीज़ा कम से कम मिल जाए वहाँ रहने के लिए, ताकि हम अपने बच्चों को पढ़ा सकें। या जैसा हमारा एक्सपायर लोग है, जैसा अपना प्रधान जी है, यहाँ को काम नहीं कर सकता, घर वही है, तो हम ये चाहते हैं कि वहाँ पर रह पाए अपने बच्चों के साथ। और जो जवान लोग हैं वो आते हैं या 1 साल या 2 साल यहाँ पे काम करते हैं, फिर उसके बाद वापस घर जाते हैं। कभी कोई 2 महीना रहता है, कोई 4 महीना, कोई 6 महीना रह जाते हैं। तो हम ये चाहते हैं कि वीज़े के लिए उनके लिए दिक्कत ना हो, उनको स्टे वीज़ा मिलता रहे, क्योंकि यहाँ पे माहौल ठीक नहीं है। हम भी माहौल के हिसाब से यहाँ पे चलते हैं। जब यहाँ थोड़ा माहौल बिगड़ जाते हैं तो हम लोग भाग जाते हैं। बस यही हमारा प्रॉब्लम है यहाँ पे मेन। आपकी जो औरतें हैं और बच्चे हैं, उनके साथ किस तरह की बदसलूकी होती है? बच्चे जो है बाज़ार में अगर उनको पहचाना, जैसा सरदार है पहचान जाते हैं, तो कभी पीछे से पत्थर मार दिया, कहीं कुछ फेंक दिया, कहीं कुछ भला भला काफिर कहा। और कहीं हम लोग जब सुबह सुबह गुरुद्वारे जाते हैं तो ऐसे कई लोग रास्ते में मिल जाते हैं, काफिर बोलते या पीछे से पत्थर मार जाते, फिर दौड़ के भाग जाते। ऐसे कई बार होते हैं। हमारे जनानी जो है अगर जो पहचान गया तो उनको भी ऐसे भला भला बोलते आपस में। बस यही तकलीफ है। ਅਫਗਾਨਿਸਤਾਨ 'ਚ ਗੁਰਦੁਆਰੇ ਹੀ ਸਿੱਖਾਂ ਦੀ ਪਨਾਹਗਾਹ ਹਨ, ਕਿਉਂਕਿ ਜ਼ਿਆਦਾਤਰ ਸਿੱਖਾਂ ਦੇ ਅਫਗਾਨਿਸਤਾਨ 'ਚ ਆਪਣੇ ਘਰ ਨਹੀਂ। ਪਰ ਪਿਛਲੇ ਸਮੇਂ ਦੌਰਾਨ ਜ਼ਿਆਦਾਤਰ ਹਮਲੇ ਗੁਰਦੁਆਰਾ ਸਾਹਿਬਾਨ ਤੇ ਹੀ ਹੋਏ ਹਨ। ਹਿੰਸਕ ਘਟਨਾਵਾਂ ਦੇ ਚੱਲਦਿਆਂ ਅੱਜ ਅਫਗਾਨਿਸਤਾਨ 'ਚ 20 ਤੋਂ ਵੀ ਘੱਟ ਸਿੱਖ ਪਰਿਵਾਰ ਬਚੇ ਹਨ, ਪਰ ਉੱਥੋਂ ਦੇ ਇਤਿਹਾਸਕ ਗੁਰਧਾਮਾਂ ਦੀ ਸਾਂਭ ਸੰਭਾਲ ਦੇ ਕਾਰਨ ਉਹ ਮੁਲਕ ਛੱਡਣ ਦੇ ਲਈ ਰਾਜ਼ੀ ਨਹੀਂ। ਅਜਿਹੇ ਦੇ ਵਿੱਚ ਆਸ ਦੀ ਕਿਰਨ ਬਚਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ। ਅਫਗਾਨਿਸਤਾਨ 'ਚ ਜਾਰੀ ਹਿੰਸਕ ਘਟਨਾਵਾਂ ਕਾਰਨ ਮੌਜੂਦਾ ਸਮੇਂ 'ਚ ਸਿਰਫ 20 ਪਰਿਵਾਰ ਹੀ ਬਚੇ ਹਨ, ਜਿਨ੍ਹਾਂ ਦੀ ਆਬਾਦੀ ਮਹਿਜ਼ 150 ਤੋਂ ਵੀ ਘੱਟ ਹੈ, ਜਦਕਿ ਹਿੰਦੂ ਪਰਿਵਾਰਾਂ ਦੀ ਗਿਣਤੀ 65 ਤੋਂ 70 ਦੇ ਵਿਚਕਾਰ ਹੈ। ਇਹਨਾਂ 'ਚੋਂ ਬਹੁਤੇ ਪਰਿਵਾਰ ਜਾਂ ਤਾਂ ਗੁਰਦੁਆਰਾ ਸਾਹਿਬ ਜਾਂ ਆਪਣੀਆਂ ਦੁਕਾਨਾਂ ਦੇ ਵਿੱਚ ਹੀ ਜ਼ਿੰਦਗੀ ਬਸਰ ਕਰ ਰਹੇ ਹਨ। ਜ਼ਿਆਦਾਤਰ ਦਾ ਤਾਂ ਕਹਿਣਾ ਹੈ ਕਿ ਗੁਰੂ ਸਾਹਿਬ ਦੀਆਂ ਚਰਨ ਛੋਹ ਪ੍ਰਾਪਤ ਨਿਸ਼ਾਨੀਆਂ ਦੀ ਸੇਵਾ ਸੰਭਾਲ ਕਾਰਨ ਉਹ ਮੁਲਕ ਨਹੀਂ ਛੱਡ ਸਕਦੇ। ਜੇਕਰ ਉਹ ਅਜਿਹਾ ਕਰਦੇ ਹਨ ਤਾਂ ਸਿੱਖ ਧਰਮ ਦੀਆਂ ਮੁਕੱਦਸ ਯਾਦਗਾਰਾਂ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇਗਾ। ਤੇ ਦੂਸਰਾ ਡਰ ਇਹ ਵੀ ਹੈ ਕਿ ਜੇਕਰ ਇਹਨਾਂ ਪਰਿਵਾਰਾਂ ਨੂੰ ਦਿੱਲੀ ਜਾਂ ਕਿਸੇ ਹੋਰ ਥਾਂ ਤੇ ਜਾ ਕੇ ਕੰਮ ਨਾ ਮਿਲਿਆ ਤਾਂ ਉਹਨਾਂ ਦੀ ਹਾਲਤ ਹੋਰ ਵੀ ਖਰਾਬ ਹੋ ਜਾਵੇਗੀ। ਅਜਿਹੇ ਹਾਲਾਤਾਂ 'ਚ ਜੇਕਰ ਆਸ ਦੀ ਕਿਰਨ ਬਚਦੀ ਹੈ ਤਾਂ ਉਹ ਹੈ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਸੋਂ। ਜਦੋਂ ਵੀ ਦੇਸ਼ ਵਿਦੇਸ਼ 'ਚ ਸਿੱਖਾਂ ਤੇ ਵਿਪਤਾ ਬਣਦੀ ਹੈ ਤਾਂ ਸਭ ਦੀ ਟੇਕ SGPC ਤੇ ਹੁੰਦੀ ਹੈ। ਅਫਗਾਨਿਸਤਾਨ 'ਚ ਸਿੱਖਾਂ ਦੀ ਘਟ ਰਹੀ ਗਿਣਤੀ ਪ੍ਰਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚਿੰਤਤ ਹੈ। SGPC ਦੇ ਮੁੱਖ ਸਕੱਤਰ ਹਰਜਿੰਦਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਬੇਸ਼ੱਕ ਅਜਿਹਾ ਕੋਈ ਮੰਗ ਪੱਤਰ ਨਹੀਂ ਆਇਆ, ਪਰ ਅਫਗਾਨਿਸਤਾਨ ਤੋਂ ਆਏ ਸਿੱਖਾਂ ਦੀ ਮਦਦ ਕਰਨਾ ਸਾਡਾ ਫਰਜ਼ ਹੈ ਤੇ ਉਹ ਇਸ ਪ੍ਰਤੀ ਵਚਨਬੱਧ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਾਲੇ ਤੱਕ ਕੋਈ ਮੰਗ ਪੱਤਰ ਨਹੀਂ ਹੋਇਆ। ਪਿਛਲੇ ਦਿਨੀ ਦਿੱਲੀ ਵਿਖੇ 20 ਪਰਿਵਾਰਾਂ ਨੇ ਉੱਥੇ ਆ ਕੇ ਮੰਗ ਕੀਤੀ ਸੀ ਵੀ ਜਿਹੜੇ ਸਾਡੇ ਬਚਦੇ ਪਰਿਵਾਰ ਆ ਉਹ ਵੀ ਉਹਨਾਂ ਨੂੰ ਵੀ ਇੱਥੇ ਸੱਦਿਆ ਜਾਵੇ ਤਾਂ ਕਿ ਉੱਥੇ ਜਿਹੜਾ ਇਸ ਵੇਲੇ ਸਮਾਂ ਵਿਪਤਾ ਦਾ ਚੱਲ ਰਿਹਾ ਉਹ ਤੋਂ ਬਚਿਆ ਜਾ ਸਕੇ। ਪਰ ਸਾਨੂੰ ਹਾਲੇ ਤੱਕ ਕਿਸੇ ਨੇ ਨਹੀਂ ਅਪਰੋਚ ਕੀਤਾ। ਪਰ ਅਸੀਂ ਚਾਹੁੰਦੇ ਹਾਂ ਵੀ ਜੇ ਅਪਰੋਚ ਨਹੀਂ ਵੀ ਕਰਦੇ ਅਸੀਂ ਉਹਨਾਂ ਤੱਕ ਪਹੁੰਚ ਬਣਾਵਾਂਗੇ। ਪਿੱਛੇ ਸਤਿਕਾਰਯੋਗ ਬੀਬੀ ਜੀ ਨੇ ਵੀ ਇਹਦੇ ਬਾਬਤ ਬਿਆਨ ਦਿੱਤਾ ਸੀ। ਅਸੀਂ ਉਹਨਾਂ ਨੂੰ ਅਪਰੋਚ ਕਰਕੇ, ਕਿਉਂਕਿ ਭਾਈਚਾਰਾ ਆ ਸਾਡਾ ਉਹ, ਤੇ ਜੇ ਸੁਰੱਖਿਅਤ ਸਮਝਦੇ ਆ ਅਫਗਾਨਿਸਤਾਨ ਦੇ ਵਿੱਚ ਤੇ ਇੱਥੇ ਉਹਨਾਂ ਦੇ ਵਿੱਚ ਜਿਹੜੀ ਵੀ ਉਹਨਾਂ ਨੂੰ ਮਦਦ ਦੀ ਲੋੜ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਡੀ ਧਿਰ ਬਣ ਕੇ ਉਹਨਾਂ ਦੇ ਨਾਲ ਖੜੀ ਹੋਊ। ਇਸ ਮਸਲੇ ਪ੍ਰਤੀ SGPC ਵੱਲੋਂ UNO ਨੂੰ ਮੰਗ ਪੱਤਰ ਵੀ ਦਿੱਤੇ ਗਏ ਹਨ ਅਤੇ ਕਮੇਟੀ ਦੀ ਇਹ ਕੋਸ਼ਿਸ਼ ਵੀ ਰਹੇਗੀ ਕਿ ਅਫਗਾਨਿਸਤਾਨ ਵਿਚਲੇ ਗੁਰਧਾਮਾਂ ਦਾ ਪ੍ਰਬੰਧ ਆਪਣੇ ਹੱਥਾਂ 'ਚ ਲਵੇ। ਇਤਿਹਾਸ ਗਵਾਹ ਹੈ ਕਿ ਦੇਸ਼ ਦੁਨੀਆ ਅੰਦਰ ਸਿੱਖਾਂ ਨੇ ਜਿੱਥੇ ਵੀ ਨਿਵਾਸ ਕੀਤਾ ਉੱਥੋਂ ਦੀ ਤਰੱਕੀ ਤੇ ਖੁਸ਼ਹਾਲੀ ਲਈ ਸਿਰ ਤੋੜ ਯਤਨ ਕੀਤੇ
ਤੇ ਆਪਣੇ ਗੁਰੂਆਂ ਦੀਆਂ ਪਾਈਆਂ ਪਿਰਤਾਂ ਤੇ ਸਿੱਖਿਆਵਾਂ ਤੇ ਚੱਲਦਿਆਂ ਹਰ ਇੱਕ ਨਾਲ ਮਿਲ ਵਰਤਨ ਦੀ ਰਵਾਇਤ ਨੂੰ ਅੱਗੇ ਤੋਰਿਆ। परंतु अफसोस अज अफगानिस्तान वसते सिखां नाल धक्का हो रहा है, जिस लई भारत सरकार नूं अगे आके इसका हल कढना चाहिदा है। ਵਿਰਾਸਤਨਾਮਾ 'ਚ ਅੱਜ ਅਫਗਾਨਿਸਤਾਨ 'ਚ ਵਸਦੇ ਸਿੱਖਾਂ ਦਾ ਦਰਦ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ। ਅਗਲੀ ਵਾਰ ਨਵੇਂ ਵਿਸ਼ੇ ਦੇ ਨਾਲ ਮੁੜ ਰੂਬਰੂ ਹੋਵਾਂਗੇ। ਤੁਹਾਡੇ ਜ਼ਿਹਨ 'ਚ ਕਿਸੇ ਵੀ ਤਰ੍ਹਾਂ ਦਾ ਸਵਾਲ ਹੈ, ਹੇਠ ਲਿਖੀ ਮੇਲ ਤੇ ਸੰਪਰਕ ਕਰ ਸਕਦੇ ਹੋ। ਹੁਣ ਮੈਨੂੰ ਪਰਮਜੀਤ ਸਿੰਘ ਨੂੰ ਦਿਓ ਇਜਾਜ਼ਤ। ਦੇਸ਼ ਦੁਨੀਆ ਦੀਆਂ ਵੱਡੀਆਂ ਖਬਰਾਂ ਲਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ABP ਸਾਂਝਾ ਦੇ ਨਾਲ। ਧੰਨਵਾਦ।